ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਬੜੀ ਗਰਮੀ ਸੀ, ਧੁੱਪ ਤਿੱਖੀ ਨਿਕਲੀ ਹੈ, ਪਰ ਰਾਤ ਦੇ ਵੇਲੇ ਪੰਜਾਬ ਦੇ ਵਿੱਚ ਬੱਦਲਵਾਈ ਸੀ। ਜਦੋਂ ਅੱਧੀ ਰਾਤ ਨੂੰ ਅਸੀਂ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਹਾਂ ਤਾਂ ਬੱਦਲਵਾਈ ਪੂਰੀ ਹੈ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਪੰਜਾਬ, ਦਿੱਲੀ, ਹਰਿਆਣਾ ਤੇ ਯੂਪੀ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਤੇ ਕੱਲ੍ਹ 2 ਦਿਨ ਚੋਖਾ ਮੀਂਹ ਪੈਣ ਦੀ ਸੰਭਾਵਨਾ। ਇਹ ਸੰਭਾਵਨਾ ਸਹੀ ਸਾਬਤ ਹੁੰਦੀ ਜਾਂ ਗਲਤ ਇਹ ਤਾਂ ਸਮਾਂ ਬਿਆਨ ਕਰੂਗਾ, ਕਿਉਂਕਿ ਕਈ ਵਾਰ ਅੰਦਾਜ਼ੇ ਤੀਰ ਦੇ ਰੂਪ 'ਚ ਹੁੰਦੇ ਆ, ਕਈ ਵਾਰ ਤੁੱਕੇ ਦੇ ਰੂਪ ਦੇ ਵਿੱਚ ਵੀ ਹੁੰਦੇ ਆ। ਕਈ ਵਾਰ ਅਸੀਂ ਮੌਸਮ ਵਿਭਾਗ ਦੀ ਜਾਣਕਾਰੀ ਸਾਂਝੀ ਕਰਦੇ ਹਾਂ, ਉਹ ਸਹੀ ਵੀ ਹੁੰਦੀ ਹੈ ਤੇ ਕਈ ਵਾਰ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੇ ਤੋਂ ਸਹੀ ਤੋਂ ਉਲਟ ਵੀ ਸਾਬਤ ਹੋ ਜਾਂਦੀ ਹੈ। ਸੋ ਜੋ ਗੱਲ ਕਹੀ ਗਈ ਆ ਕਿ ਮੀਂਹ ਚੋਖਾ ਪੈ ਸਕਦਾ, ਇਹ ਪੈਂਦਾ ਕਿ ਨਹੀਂ ਪੈਂਦਾ, ਘੱਟ ਪੈਂਦਾ ਕਿ ਵੱਧ ਪੈਂਦਾ, ਇਹ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਸਾਂਝੀ ਕਰਾਂਗੇ। ਜਿਹੜੀ ਪਹਿਲੀ ਵੱਡੀ ਜਾਣਕਾਰੀ ਆ ਉਹ ਹੈਗੀ ਯੂਕਰੇਨ ਨਾਲ ਸੰਬੰਧਿਤ। ਯੂਕਰੇਨ ਦੇ ਵਿੱਚ ਲਗਾਤਾਰ ਮਿਜ਼ਾਈਲ ਹਮਲੇ ਰੂਸ ਦੇ ਵੱਲੋਂ ਕੀਤੇ ਜਾ ਰਹੇ ਆ। ਰੂਸ ਪੈਰ ਪਿਛਾਂਹ ਖਿੱਚ ਕੇ ਨਹੀਂ ਰਾਜੀ ਤੇ ਭਾਰਤ ਦੇ ਜਿਹੜੇ ਲੋਕ ਉੱਥੇ ਫਸੇ ਹੋਏ ਆ ਉਹ ਵਿਚਾਰੇ ਵਿਰ-ਵਿਰ ਕਰਦੇ ਆ। 20,000 ਦੇ ਕਰੀਬ ਭਾਰਤੀ ਲੋਕ ਉੱਥੇ ਫਸੇ ਹੋਏ ਸੀ, ਉਹਦੇ ਵਿੱਚੋਂ 6,000 ਹੁਣ ਤੱਕ ਵਾਪਸ ਆਏ ਆ। ਉਹਨਾਂ 6,000 ਦੇ ਵਿੱਚੋਂ 2,000 ਨੂੰ ਭਾਰਤ ਦੀ ਸਰਕਾਰ ਲੈ ਕੇ ਆਈ ਹੈ ਤੇ 4,000 ਆਪਣੀ ਹਿੰਮਤ ਦੇ ਕਰਕੇ ਜਿਵੇਂ ਰੂਟੀਨ ਦੇ ਵਿੱਚ ਆਉਂਦੇ ਉਵੇਂ ਆ। ਇਸ ਤੋਂ ਇਲਾਵਾ ਹਾਲੇ ਤੱਕ ਵੀ ਪਤਾ ਲੱਗਾ ਕਿ 14,000 ਦੇ ਕਰੀਬ 13 ਤੋਂ ਲੈ ਕੇ 14,000 ਲੋਕ ਉੱਥੇ ਫਸੇ ਹੋਏ ਆ। ਖਾਰਕੀਵ ਦੇ ਵਿੱਚੋਂ ਹਰ ਹਾਲ ਦੇ ਵਿੱਚ ਨਿਕਲੋ, ਇਹ ਭਾਰਤ ਦੇ ਅਧਿਕਾਰੀਆਂ ਦੇ ਵੱਲੋਂ, ਐਮਬੈਸੀ ਦੇ ਵੱਲੋਂ ਗੱਲ ਕਹੀ ਗਈ ਕਿ ਕੁਝ ਕੁ ਘੰਟਿਆਂ ਦੇ ਵਿੱਚ ਚਾਹੁੰਦੇ ਨਾ ਚਾਹੁੰਦੇ, ਔਖੇ ਸੌਖੇ ਜੋ ਵੀ ਕੁਝ ਹੋ ਸਕਦਾ, ਖਾਰਕੀਵ ਨੂੰ ਛੱਡੋ ਤੇ ਆਲੇ ਦੁਆਲੇ ਦੇ ਹੋਰ ਬਾਰਡਰਾਂ ਦੇ ਉੱਤੇ ਪਹੁੰਚੋ, ਕਿਉਂਕਿ ਖਾਰਕੀਵ ਮੁੱਖ ਨਿਸ਼ਾਨੇ ਦੇ ਉੱਤੇ ਆ ਤੇ ਖਾਰਕੀਵ ਦੇ ਵਿੱਚ ਹਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਆ। ਕੁਝ ਕੁ ਲੋਕ ਜਰਮਨ ਵਾਲੇ ਪਾਸੇ ਵੀ ਚਲੇ ਗਏ ਆ, ਕੁਝ ਕੁ ਲੋਕ ਪੋਲੈਂਡ ਦੇ ਵੱਲ ਚਲੇ ਗਏ ਆ, ਕੁਝ ਕੁ ਲੋਕ ਰੋਮਾਨੀਆ ਦੇ ਵੱਲ ਗਏ ਆ। ਪੋਲੈਂਡ ਦੇ ਵਿੱਚੋਂ ਵੀ ਖਬਰ ਇਹ ਆਈ ਆ ਕਿ ਉੱਥੇ ਗੁਰੂ ਘਰਾਂ ਦੇ ਦਰਵਾਜ਼ੇ ਜਿਹੜੇ ਪਹਿਲਾਂ ਵੀ ਬਹੁਤ ਖੁੱਲ੍ਹੇ ਰਹਿੰਦੇ ਸੀ, ਪਰ ਉੱਥੇ ਦਰਿਆਦਲੀ ਦੇ ਨਾਲ ਉੱਥੇ ਲੰਗਰ ਦੇ ਪ੍ਰਬੰਧ ਕਰ ਦਿੱਤੇ ਗਏ ਆ। ਉੱਥੋਂ ਦੇ ਸਿੱਖ ਭਾਈਚਾਰੇ ਦੇ ਵੱਲੋਂ ਜਿਹੜੇ ਇਹ ਫਸੇ ਹੋਏ ਲੋਕ ਆ, ਸਾਡੇ ਭੈਣਾਂ ਵੀਰ ਨੇ ਜਿਹੜੇ, ਇਹਨਾਂ ਦੀ ਖੂਬ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸਿਧਾਂਤ ਦੇ ਉੱਤੇ ਚੱਲ ਕੇ ਇਹਨਾਂ ਦੀ ਸਾਰ ਲਈ ਜਾ ਰਹੀ ਹੈ। ਮਨੁੱਖਤਾ ਦੀ ਸੇਵਾ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ, ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਲੋਕ ਵੱਧ ਤੋਂ ਵੱਧ ਵਾਪਸ ਲੈ ਕੇ ਆ ਰਹੇ ਹਾਂ। ਪਰ ਇਸੇ ਦਰਮਿਆਨ ਇੱਕ ਦੁਖਦਾਈ ਖਬਰ ਆਈ ਹੈ ਬਰਨਾਲੇ ਤੋਂ। ਚੰਦਨ ਜਿੰਦਲ ਨਾਂ ਦਾ ਇੱਕ ਨੌਜਵਾਨ ਜਿਹੜਾ ਕਿ 4ਥੇ ਸਾਲ ਦੇ ਵਿੱਚ ਸੀ, ਮੈਡੀਕਲ ਦੀ ਪੜ੍ਹਾਈ ਦੇ ਵਿੱਚ ਯੂਕਰੇਨ 'ਚ ਪੜ੍ਹਨ ਦੇ ਲਈ ਗਿਆ ਸੀ, ਉਹਦਾ ਕੁਝ ਕੁ ਸਮੇਂ ਪਹਿਲਾਂ ਸਿਹਤ ਦੇ ਵਿੱਚ ਵਿਗਾੜ ਪੈਣ ਦੇ ਕਰਕੇ ਮਾੜਾ ਹਾਲ ਹੋਇਆ, ਬ੍ਰੇਨ ਹੈਮਰੇਜ ਹੋ ਗਿਆ ਤੇ ਹਾਰਟ ਅਟੈਕ ਦਾ ਹੋ ਗਿਆ ਮਸਲਾ ਖੜਾ ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਚਾਨਕ ਉਹਦਾ ਆਪਰੇਸ਼ਨ ਕਰਨਾ ਪਿਆ। ਬਾਅਦ ਦੇ ਵਿੱਚ ਉਹ ਨੌਜਵਾਨ ਕੋਮਾ 'ਚ ਚਲਾ ਗਿਆ। ਕੁਝ ਕੁ ਸਮਾਂ ਪਹਿਲਾਂ ਹੀ ਇਸ ਨੌਜਵਾਨ ਦੇ ਪਿਤਾ ਜੀ ਤੇ ਤਾਇਆ ਜੀ ਦੋਨੋਂ ਜਾਣੇ ਗਏ ਸੀਗੇ ਯੂਕਰੇਨ ਦੇ ਵਿੱਚ। ਉੱਥੇ ਹੁਣ ਸਥਿਤੀ ਬੜੀ ਗੜਬੜਾ ਗਈ। ਉੱਥੇ 2 ਦਿਨਾਂ ਬਾਅਦ ਯੁੱਧ ਸ਼ੁਰੂ ਹੋ ਗਿਆ, ਪੁੱਤ ਦੀ ਵੀ ਮੌਤ ਹੋ ਗਈ ਹੈ। ਤਾਇਆ ਵਾਪਸ ਆਉਣ ਦੇ ਵਿੱਚ ਔਖੇ ਸੌਖੇ ਕਾਮਯਾਬ ਹੋ ਗਿਆ ਤੇ ਪਿਤਾ ਹਾਲੇ ਵੀ ਉੱਥੇ ਵਿਚਾਰਾ ਫਸਿਆ ਹੋਇਆ। ਯਾਨੀ ਕਿ ਆਪਾਂ ਸਮਝ ਸਕਦੇ ਇਸ ਸਪੀਡ ਨੂੰ ਕਿ ਪੁੱਤ ਦੀ ਲਾਸ਼ ਪਈ ਹੋਵੇ ਹਸਪਤਾਲ ਦੇ ਵਿੱਚ, ਉਹਨੂੰ ਵਾਪਸ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਲਿਆਉਣ ਦੀ ਕਾਹਲ ਵੀ ਹੋਵੇ, ਕੋਸ਼ਿਸ਼ ਵੀ ਹੋਵੇ, ਬੇਨਤੀਆਂ ਹੋਣ, ਤਰਲੇ ਹੋਣ, ਅਰਦਾਸਾਂ ਹੋਣ ਤੇ ਉਧਰ ਬਾਪ ਵੀ ਉੱਥੇ ਹਾਲਾਤ ਦੇ ਕਰਕੇ ਘਿਰ ਗਿਆ ਹੋਵੇ, ਤਾਂ ਫਿਰ ਬਾਕੀ ਟੱਬਰ ਦੇ ਜੀਆਂ ਦੇ ਮਨ ਦੇ ਉੱਤੇ ਵੀ ਕੀ ਬੀਤਦੀ ਹੋਊਗੀ ਤੇ ਉਸ ਬਾਪ ਦੇ ਮਨ ਦੇ ਉੱਤੇ ਕੀ ਬੀਤਦੀ ਹੋਣੀ ਆ। ਸੋ ਸਭ ਕੁਝ ਠੀਕ ਰਵੇ, ਪਰਮਾਤਮਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪ੍ਰਾਈਮ ਮਿਨਿਸਟਰ ਟੀਵੀ ਦੇ ਵੱਲੋਂ ਵੀ ਅਰਦਾਸ ਕਰਦੇ ਹਾਂ। ਪਰ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ 10 ਤਰੀਕ ਤੋਂ ਬਾਅਦ ਇੱਕ ਨਵਾਂ ਦ੍ਰਿਸ਼ ਦੇਖਣ ਨੂੰ ਮਿਲੂਗਾ, ਰਾਜਨੀਤਿਕ ਤੌਰ ਦੇ ਉੱਤੇ ਨਵਾਂ ਦ੍ਰਿਸ਼। ਕਿਉਂਕਿ ਇਸ ਵੇਲੇ ਤੱਕ ਤਾਂ ਸਾਰੇ ਇਹ ਗੱਲ ਕਹਿੰਦੇ ਕਿ ਕਿਹਦੀ ਸਰਕਾਰ ਬਣੂਗੀ, ਕਿਹਨੂੰ ਬਹੁਮਤ ਮਿਲੂ, ਕਿਹਨੂੰ ਕੀ ਮਿਲ ਸਕਦਾ, ਕਿਹੜਾ ਹਾਰੂ, ਕਿਹੜਾ ਜਿੱਤੂ, ਕਿਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਕਿਹੜਾ ਬਚ ਸਕਦਾ, ਕਿਹੜਾ ਵੱਧ ਸਕਦਾ, ਕਿਹਦੀ ਪਿੱਠ ਲੱਗੂ, ਕਿਹਦੀ ਝੰਡੀ ਹੋਊ। ਹੁਣ ਤੱਕ ਤਾਂ ਇਹ ਗੱਲਾਂ ਚੱਲਦੀਆਂ, ਪਰ ਜੇਕਰ ਕਿਸੇ ਨੂੰ ਬਹੁਮਤ ਨਾ ਮਿਲਿਆ ਤਾਂ ਫਿਰ ਤੁਸੀਂ ਇਹ ਦੇਖੋ ਵੀ 10 ਤਰੀਕ ਤੋਂ ਬਾਅਦ ਫਿਲਮ ਕਿਹੋ ਜਿਹੀ ਚੱਲਦੀ ਹੈ। ਕਿਉਂਕਿ ਹੁਣੇ ਕਨਸੂਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਕੁਝ ਜੇਤੂ ਘੋੜੇ, ਯਾਨੀ ਕਿ ਜਿਹੜੇ ਬੰਦੇ ਜਿੱਤ ਸਕਦੇ ਆ, ਉਹਨਾਂ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿ ਰਾਜਸਥਾਨ ਦੇ ਵਿੱਚ ਉਹ ਕਿਹੜੀ ਗੱਲੋਂ ਰੋਕੇ ਗਏ ਆ। ਹਾਲਾਂਕਿ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ, ਇਹ ਸਿਰਫ ਤੇ ਸਿਰਫ ਕੋਰੀ ਅਫਵਾਹ ਬਣਾਈ ਜਾ ਰਹੀ ਹੈ, ਇਹਦੇ ਵਿੱਚ ਸੱਚਾਈ ਨਾਂ ਦੀ ਕੋਈ ਚੀਜ਼ ਨਹੀਂ ਆ, ਕਿਉਂਕਿ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਕਰ ਰਹੇ। ਕਿਉਂਕਿ ਪਤਾ ਲੱਗਾ ਜੀ ਕਿ ਪੰਜਾਬ ਲੋਕ ਕਾਂਗਰਸ ਦੇ ਇੱਕ ਆਗੂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਟਵੀਟ ਕਰਕੇ ਕਿ ਭਾਈ ਕਾਂਗਰਸ ਦੇ ਕੁਝ ਪਰਿਵਾਰ ਉਮੀਦਵਾਰਾਂ ਦੇ ਤੇ ਖੁਦ ਉਮੀਦਵਾਰ ਰਾਜਸਥਾਨ ਦੇ ਹੋਟਲਾਂ ਦੇ ਵਿੱਚ ਕਿਹੜੀ ਗੱਲੋਂ ਠਹਿਰਾਏ ਜਾ ਰਹੇ ਆ।
ਤੇ ਕਾਂਗਰਸ ਨੇ ਅੱਗੋਂ ਇਹ ਗੱਲ ਕਹੀ ਹੈ ਵੀ ਹੋਟਲਾਂ ਦੇ ਭਾਈ ਨਾਮ ਵੀ ਦੱਸ ਦਿਓ। ਪਰ ਹਾਂ, ਇਹ ਗੱਲ ਸੱਚੀ ਹੈ ਕਿ ਜੇਕਰ ਕਿਸੇ ਨੂੰ ਵੀ ਬਹੁਮਤ ਨਾ ਮਿਲਿਆ ਤਾਂ ਜਿਵੇਂ ਮਹਾਰਾਸ਼ਟਰ ਦੇ ਵਿੱਚ ਖਬਰਾਂ ਪੜ੍ਹੀਆਂ ਜਾਂਦੀਆਂ ਸੀ, ਅਸੀਂ ਵੀ ਸਾਂਝੀਆਂ ਕਰਦੇ ਸੀ ਵੀ ਇੱਕ ਪਾਰਟੀ ਹੈ ਜਿਹੜੀ ਉਹਨੇ ਆਪਣੇ ਵਿਧਾਇਕਾਂ ਨੂੰ, ਜਿਹਨੂੰ ਅਸੀਂ ਹਾਰਸ ਟ੍ਰੇਡਿੰਗ ਕਹਿੰਦੇ ਆ, ਇਹਦੇ ਤੋਂ ਬਚਾਉਣ ਦੇ ਲਈ 5 ਤਾਰਾ 7 ਤਾਰਾ ਹੋਟਲਾਂ ਦੇ ਵਿੱਚ ਬੰਦ ਕਮਰਿਆਂ 'ਚ ਰੱਖਿਆ। ਖਾਓ ਪੀਓ ਮੌਜ ਕਰੋ ਮਸਤੀ ਕਰੋ, ਪਰ ਆਪਣੇ ਮੋਬਾਈਲ ਸਾਨੂੰ ਫੜਾ ਦਿਓ। ਜੇ ਟੱਬਰ ਦੇ ਜੀਆਂ ਨਾਲ ਵੀ ਗੱਲ ਕਰਨੀ ਹੈ, ਸਾਡੇ ਮੋਬਾਈਲ ਤੋਂ ਗੱਲ ਕਰਨੀ ਹੈ, ਤਾਂ ਜੋ ਕੋਈ ਵੀ ਹੋਰ ਪਾਰਟੀ ਸੰਪਰਕ ਕਰਕੇ ਇਹਨਾਂ ਨੂੰ ਖਰੀਦ ਨਾ ਸਕੇ, ਤਾਂ ਜੋ ਇਹ ਵਿਕ ਨਾ ਸਕਣ, ਤਾਂ ਜੋ ਇਹ ਪਾਲਾ ਨਾ ਬਦਲ ਸਕਣ, ਤਾਂ ਜੋ ਇਹ ਵਫਾਦਾਰੀਆਂ ਨਾ ਬਦਲ ਸਕਣ। ਇਸ ਤਰ੍ਹਾਂ ਦਾ ਰੂਪ ਪੰਜਾਬ ਦੇ ਵਿੱਚ ਵੀ ਸ਼ਾਇਦ ਦੇਖਣ ਨੂੰ ਮਿਲੇ ਜੇਕਰ ਕਿਸੇ ਨੂੰ ਬਹੁਮਤ ਨਾ ਮਿਲਿਆ। ਇਸੇ ਕਰਕੇ ਕੋਸ਼ਿਸ਼ਾਂ ਜਾਰੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਲੋਕ ਕਾਂਗਰਸ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਕਾਂਗਰਸ ਆਪਣੇ ਜੇਤੂ ਉਮੀਦਵਾਰਾਂ ਨੂੰ ਅੱਗੇ ਵਧਾ ਰਹੀ ਹੈ। ਰਾਜਸਥਾਨ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਮੰਗਲਵਾਰ ਨੂੰ ਰਾਜਨੀਤਿਕ ਹਲਕਿਆਂ ਦੇ ਵਿੱਚ ਕਾਫੀ ਉਥਲ-ਪੁਥਲ ਹੋਈ, ਜਦੋਂ ਕਿ ਦੂਜੇ ਪੱਖ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਤੋਂ ਇਨਕਾਰ ਕੀਤਾ। ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਨੇ ਟਵੀਟ ਕੀਤਾ ਕਿ ਕਾਂਗਰਸ ਦੇ ਉਮੀਦਵਾਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਦੇ ਵਿੱਚ ਕਿਉਂ ਨੇ, ਕੀ ਬਚਾਅ ਸ਼ੁਰੂ ਹੁੰਦਾ ਹੈ, ਕਾਊਂਟਡਾਊਨ ਸ਼ੁਰੂ, ਪੰਜਾਬ ਚੋਣਾਂ 2022। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਹੈ ਤੇ ਇਹਨਾਂ ਦੇ ਵਿੱਚੋਂ ਕੁਝ ਨੂੰ ਰਾਜਸਥਾਨ ਭੇਜਿਆ ਜਾ ਸਕਦਾ ਤੇ ਇਸ ਦੇ ਰਿਜ਼ੋਰਟ ਦੇ ਵਿੱਚ ਰੱਖਿਆ ਜਾ ਸਕਦਾ ਹੈ। ਆਮ ਤੌਰ ਤੇ ਪਾਰਟੀਆਂ ਆਪਣੇ ਵਿਧਾਇਕਾਂ ਜਾਂ ਬਣਨ ਵਾਲੇ ਵਿਧਾਇਕਾਂ ਨੂੰ ਇਸ ਤਰੀਕੇ ਨਾਲ ਇਕੱਠਾ ਕਰਦੀਆਂ ਨੇ ਜਦੋਂ ਉਹ ਲਟਕਣ ਵਾਲੀ ਵਿਧਾਨ ਸਭਾ ਦੀ ਉਮੀਦ ਕਰਦੇ ਨੇ ਤੇ ਘੋੜਿਆਂ ਦੇ ਵਪਾਰ ਤੋਂ ਡਰਦੇ ਨੇ, ਯਾਨੀ ਕਿ ਹਾਰਸ ਟ੍ਰੇਡਿੰਗ ਤੋਂ। ਇਹਨਾਂ ਦਾਅਵਿਆਂ ਨੂੰ ਰੱਦ ਕਰਦਿਆਂ ਪੰਜਾਬ ਕਾਂਗਰਸ ਦੇ ਕੁਲਦੀਪ ਸਿੰਘ ਵੈਦ ਨੇ ਕਿਹਾ, ਪਾਰਟੀ ਨੂੰ ਸੂਬੇ ਦੇ ਵਿੱਚ ਸਪਸ਼ਟ ਬਹੁਮਤ ਮਿਲਣਾ ਯਕੀਨੀ ਹੈ, ਇਸ ਲਈ ਸਾਨੂੰ ਆਪਣੇ ਵਿਧਾਇਕਾਂ ਨੂੰ ਰਾਜਸਥਾਨ ਭੇਜਣ ਦੀ ਲੋੜ ਨਹੀਂ। ਜੋ ਅਜਿਹਾ ਦਾਅਵਾ ਕਰਦੇ ਨੇ ਉਹ ਬਿਨਾਂ ਕਿਸੇ ਆਧਾਰ ਤੇ ਬੇਲੋੜਾ ਭੰਬਲ ਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਖੰਡਿਤ ਜਨਾਦੇਸ਼ ਦੀਆਂ ਗੱਲਾਂ ਨੇ ਡਰ ਪੈਦਾ ਕਰ ਦਿੱਤਾ ਹੈ ਕਿ ਜੋ ਵੀ ਪਾਰਟੀ ਸਭ ਤੋਂ ਵੱਡਾ ਸਮੂਹ ਬਣਾਵੇਗੀ ਉਹ ਵਿਧਾਇਕਾਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 74 ਕਾਂਗਰਸੀ ਨੇਤਾਵਾਂ ਨੂੰ ਵੱਖ-ਵੱਖ ਬੋਰਡਾਂ ਤੇ ਨਿਗਮਾਂ ਦੇ ਵਿੱਚ ਸਿਆਸੀ ਨਿਯੁਕਤੀਆਂ ਦਿੱਤੀਆਂ ਨੇ। ਇਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਨੇ ਟਵੀਟ ਕਰਕੇ ਕਾਂਗਰਸ ਦੇ ਉੱਤੇ ਨਿਸ਼ਾਨਾ ਵਿੰਨ੍ਹਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਬੇਸ਼ੱਕ ਪੰਜਾਬ ਲੋਕ ਕਾਂਗਰਸ ਨੇ ਸਿਆਸੀ ਸ਼ਰੀਕੇਬਾਜ਼ੀ ਦੇ ਵਿੱਚ ਇਹ ਗੱਲ ਕੀਤੀ ਹੋਵੇ, ਪਰ ਇਹ ਗੱਲ ਸੱਚੀ ਸਾਬਤ ਹੋ ਸਕਦੀ ਆ ਆਉਂਦੇ ਸਮੇਂ ਦੇ ਵਿੱਚ। ਮੈਂ ਇਕੱਲੀ ਕਾਂਗਰਸ ਦੀ ਗੱਲ ਨਹੀਂ ਕਰਦਾ, ਬਾਕੀ ਪਾਰਟੀਆਂ ਦੇ ਵਿਧਾਇਕਾਂ ਦੇ ਨਾਲ ਵੀ ਇਹ ਕੁਝ ਹੋ ਸਕਦਾ ਹੈ। ਕਿਉਂਕਿ ਜੇਕਰ ਕਿਸੇ ਨੂੰ ਬਹੁਮਤ ਨਾ ਮਿਲਿਆ ਤਾਂ ਆਪਾਂ ਜਾਣਦੇ ਕਿ ਗੋਆ ਦੇ ਵਿੱਚ ਕੀ ਹੋਇਆ ਸੀ, ਮਣੀਪੁਰ ਦੇ ਵਿੱਚ ਕੀ ਹੋਇਆ ਸੀ। ਜਿਹੜੀ ਕਾਂਗਰਸ ਨੂੰ ਉੱਥੇ ਵੱਧ ਸੀਟਾਂ ਮਿਲੀਆਂ ਉਹ ਸਰਕਾਰ ਬਣਾ ਨਹੀਂ ਸਕੀ, ਜਿਹੜੀ ਪਾਰਟੀ ਨੂੰ ਘੱਟ ਸੀਟਾਂ ਮਿਲੀਆਂ ਉਹ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ। ਆਲੇ ਦੁਆਲਿਓਂ ਕਈ ਆਜ਼ਾਦ, ਕਈ ਹੋਰ ਭੰਨਘੜ, ਕਈ ਤਰ੍ਹਾਂ ਦੀ ਕਰਕੇ ਤੇ ਬਹੁਮਤ ਉਹਨਾਂ ਨੇ ਸਾਬਤ ਕਰ ਦਿੱਤਾ ਉੱਥੇ ਰਾਜਪਾਲ ਦੇ ਮੂਹਰੇ, ਤੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ। ਇਸ ਗੱਲ ਤੋਂ ਹੀ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਇਸ ਵਕਤ ਡਰ ਰਹੀਆਂ। ਪਰ ਇਸੇ ਦਰਮਿਆਨ ਇੱਕ ਖਬਰ ਹੋਰ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਧਿਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਸਰਕਾਰ ਸਾਡੀ ਹੀ ਬਣੂ। ਇਹ ਵੀ ਪਤਾ ਲੱਗਾ ਜੀ ਕਿ ਇੱਕ ਉਹਨਾਂ ਦੇ ਵੱਲੋਂ ਸਰਵੇਖਣ ਕਰਵਾਇਆ ਗਿਆ, ਜਾਂ ਕਹੇ ਵੀ ਆਲੇ ਦੁਆਲੇ ਉਹਨਾਂ ਨੇ ਆਪਣੀ ਸੂਚਨਾ ਇਕੱਠੀ ਕੀਤੀ ਹੈ ਕਿ ਮਾਲਵੇ ਦੇ ਵਿੱਚ 69 ਸੀਟਾਂ ਨੇ, ਮਾਲਵੇ ਦੇ ਵਿੱਚ 20 ਤੋਂ ਥੋੜ੍ਹੀਆਂ ਜਿਹੀਆਂ ਵੱਧ ਜਾਂ ਲਗਭਗ 20 ਸੀਟਾਂ ਮਿਲਣ ਦੀ ਆਸ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ। ਉਹਨਾਂ ਨੂੰ ਇਸ ਗੱਲ ਦੀ ਆਸ ਆ ਵੀ ਇਸ ਤੋਂ ਵੱਧ ਸ਼ਾਇਦ ਸਾਨੂੰ ਸੀਟਾਂ ਨਾ ਮਿਲਣ, ਪਰ ਅਕਾਲੀ ਦਲ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਦੁਆਬੇ ਤੇ ਮਾਝੇ ਦੇ ਵਿੱਚ ਐਤਕੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ। ਇਸ ਕਰਕੇ ਇੱਥੋਂ ਦੀਆਂ ਸੀਟਾਂ ਦੇ ਉੱਤੇ, ਯਾਨੀ ਕਿ ਮਾਝੇ ਤੇ ਦੁਆਬੇ ਦੇ ਵੱਲ ਧਿਆਨ ਵੱਧ ਕੇਂਦਰਿਤ ਹੈ ਵੀ ਮੰਨ ਲਓ ਜੇਕਰ 20 ਸੀਟਾਂ ਸਾਨੂੰ 69 ਦੇ ਵਿੱਚੋਂ ਮਾਲਵੇ 'ਚੋਂ ਆ ਜਾਂਦੀਆਂ ਤੇ ਫਿਰ ਜੇਕਰ ਇੱਥੇ ਪੰਜਾਬ ਦੇ ਇਸ ਹਿੱਸੇ ਦੇ ਵਿੱਚੋਂ ਮਾਝੇ ਤੇ ਦੁਆਬੇ ਦੇ ਵਿੱਚੋਂ ਵੀ ਕੁਝ ਸੀਟਾਂ ਮਿਲਦੀਆਂ ਤਾਂ ਅਸੀਂ ਕਿੱਥੇ ਜੇ ਖੜਦੇ ਹਾਂ। ਉਸ ਤੋਂ ਬਾਅਦ ਕਿਹਦੇ ਨਾਲ ਗੱਠਜੋੜ ਕੀਤਾ ਜਾ ਸਕਦਾ ਤੇ ਗੱਠਜੋੜ ਕਿਹਦੇ ਨਾਲ ਕੀਤਾ ਜਾ ਸਕਦਾ, ਇਹਦੇ ਬਾਬਤ ਪਿਛਲੇ ਕਈ ਦਿਨਾਂ ਤੋਂ ਕਨਸੂਆਂ ਮਿਲ ਰਹੀਆਂ ਕਿ ਬੀਜੇਪੀ ਦੇ ਨਾਲ ਹੀ ਗੱਠਜੋੜ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪਾਂ ਜਾਣਦੇ ਕਿ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਵੀ ਇਹ ਗੱਲ ਕਹੀ ਸੀ। ਇਸ ਤੋਂ ਇਲਾਵਾ ਬੀਜੇਪੀ ਦੇ ਵੀ ਕੁਝ ਆਗੂਆਂ ਨੇ ਗੱਲ ਕਹੀ ਹੈ। ਸੋ ਲੋੜ ਦੇ ਸੌਦੇ ਆ, ਲੋੜ ਦੇ ਮੁਤਾਬਕ ਸਾਰਾ ਕੁਝ ਏਕੇ ਦੇ ਰੂਪ ਦੇ ਵਿੱਚ ਵੀ ਹੋ ਸਕਦਾ, ਪਰ ਇਹਦੇ ਲਈ ਜ਼ਰੂਰੀ ਇਹ ਹੈ ਕਿ ਜਿਹੜੀਆਂ ਵੀ ਪਾਰਟੀਆਂ ਨੇ ਗੱਠਜੋੜ ਕਰਨਾ ਉਹ ਦੋਵੇਂ ਇਕੱਠੀਆਂ ਹੋ ਕੇ ਵੀ 59 ਸੀਟਾਂ ਦੇ ਨੇੜੇ ਤੇੜੇ ਪਹੁੰਚਣੀਆਂ ਜ਼ਰੂਰ ਹੋਣ। ਸੋ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਬਣੂ, ਕਿ ਇਕੱਲੀ ਇੱਕ ਧਿਰ ਦੀ ਸਰਕਾਰ ਬਣ ਜੂ ਇੱਕ ਪਾਰਟੀ ਦੀ, ਜਾਂ ਫਿਰ 2-3 ਪਾਰਟੀਆਂ ਨੂੰ ਇਕੱਠੇ ਹੋ ਕੇ ਸਰਕਾਰ ਬਣਾਉਣੀ ਪਊ। ਇਹਦੇ ਬਾਬਤ ਜਿੱਥੇ 4 ਬੰਦੇ ਬੈਠਦੇ ਆ ਉਸੇ ਤਰ੍ਹਾਂ ਦੀ ਚਰਚਾ ਚੱਲਦੀ ਹੈ। ਅੱਜ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਜੀ ਕਿ ਸਾਨੂੰ 70 ਤੋਂ ਲੈ ਕੇ 75 ਸੀਟਾਂ ਮਿਲਣਗੀਆਂ। ਕਾਂਗਰਸ ਦਾ ਇਹ ਕਹਿਣਾ ਜੀ ਕਿ ਸਾਨੂੰ ਇਕੱਲਿਆਂ ਨੂੰ ਬਹੁਮਤ ਫੇਰ ਮਿਲ ਜਾਣਾ, ਅਸੀਂ ਦੁਬਾਰਾ ਸਰਕਾਰ ਲੈ ਕੇ ਆਵਾਂਗੇ। ਉਧਰ ਜੇਕਰ ਅਕਾਲੀ ਦਲ ਦੀ ਗੱਲ ਕਰਦੇ, ਉਹਨਾਂ ਦਾ ਕਹਿਣਾ ਜੀ ਕਿ ਅਸੀਂ ਬਹੁਮਤ ਸਾਬਤ ਕਰਾਂਗੇ, ਸਰਕਾਰ ਐਤਕੀ ਸਾਡੀ ਹੀ ਬਣੂਗੀ। ਵੱਡੇ ਬਾਦਲ ਸਾਹਿਬ ਵੀ ਵਾਰ-ਵਾਰ ਇਹ ਗੱਲ ਕਹਿੰਦੇ ਆ। ਸਰਕਾਰ ਕਿਹਦੀ ਬਣੂਗੀ ਇਹ ਸਮੇਂ ਨੇ ਬਿਆਨ ਕਰਨਾ, ਕਿਉਂਕਿ ਅੱਜ ਸਿਰਫ 7 ਦਿਨ ਬਾਕੀ ਹੈ।
7 ਦਿਨਾਂ ਬਾਅਦ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆ ਜਾਣੇ, ਯਾਨੀ ਕਿ 10 ਮਾਰਚ ਨੂੰ। ਉਸ ਦਿਨ ਪਤਾ ਲੱਗੂਗਾ ਜੀ ਕਿ ਹਾਲੇ ਇਹ ਭੱਜ ਦੌੜ ਸ਼ੁਰੂ ਹੁੰਦੀ ਹੈ ਜਾਂ ਅੱਜ ਭੱਜ ਦੌੜ ਸਮਾਪਤ ਹੋ ਜਾਂਦੀ ਹੈ। ਪਰ ਇਹ ਗੱਲ ਪੱਕੀ ਹੈ ਵੀ ਜੇਕਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਜਿਹੜੇ ਲੋਕਾਂ ਦੀ ਰਾਜਨੀਤੀ ਦੇ ਵਿੱਚ ਦਿਲਚਸਪੀ ਹੈ, ਇਹ ਦਿਲਚਸਪੀ ਕਈ ਹਫ਼ਤਿਆਂ ਜਾਂ ਕਈ ਮਹੀਨਿਆਂ ਤੱਕ ਹੋਰ ਵਧੀ ਰਹਿਣੀ ਆ। ਉਹ ਖਬਰਾਂ ਆਉਣਗੀਆਂ ਜਿਹਦੇ ਬਾਬਤ ਅਸੀਂ ਕਦੇ ਕਿਆਸ ਨਹੀਂ ਕੀਤਾ ਕਿ ਕਿਹਨੂੰ ਪੱਟ ਕੇ ਕੌਣ ਲੈ ਗਿਆ, ਕਿਹਦੀ ਬੋਲੀ ਕਿਵੇਂ ਲੱਗ ਗਈ, ਕਿਹੜੇ ਵਿਧਾਇਕ ਨੂੰ ਲੁਕੋ ਕੇ ਕਿਹੜੀ ਪਾਰਟੀ ਨੇ ਰੱਖਿਆ, ਤੇ ਕੌਣ ਕਿੱਥੇ ਖੜਾ ਤੇ ਕੌਣ ਪਿੱਛੇ ਹਟ ਗਿਆ, ਕੌਣ ਅੱਗੇ ਵੱਧ ਗਿਆ। ਜਦੋਂ ਵੀ ਕਿਤੇ ਕੁਦਰਤੀ ਤੌਰ ਦੇ ਉੱਤੇ ਆਫਤ ਆਉਂਦੀ ਹੈ, ਭਾਵੇਂ ਉਹ ਕਿਸੇ ਸ਼ਰੀਕ ਭਾਈਚਾਰੇ ਵਾਲੇ ਦੇਸ਼ ਤੋਂ ਵੱਲੋਂ ਪੈਦਾ ਕੀਤੀ ਜਾਵੇ ਤੇ ਭਾਵੇਂ ਕੁਦਰਤੀ ਤੌਰ ਦੇ ਉੱਤੇ ਆਫਤ ਆਵੇ, ਕੁਝ ਕੁ ਲੋਕ ਰੁਪਈਏ ਕਮਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਜਾਂਦੇ ਆ। ਪਰ ਜਿਹੜੇ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਚੱਲਣ ਵਾਲੇ ਲੋਕ ਆ, ਉਹ ਦੁਖਿਆਰਾਂ ਦੀ ਮਦਦ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ। ਜਿਵੇਂ ਕਿ ਖਾਲਸਾ ਏਡ ਹਰ ਥਾਂ ਦੇ ਉੱਤੇ ਪਹੁੰਚਦੀ ਹੈ, ਜਿਵੇਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਪਹੁੰਚਦੀਆਂ, ਜਿਵੇਂ ਕਿ ਲੋਕ ਨਿੱਜੀ ਤੌਰ ਦੇ ਉੱਤੇ ਵੀ ਜਿੰਨੀ ਵੀ ਤਿਲ ਫੁੱਲ ਕਿਸੇ ਦੀ ਮਦਦ ਕਰ ਸਕਦੇ ਉਵੇਂ ਕਰਦੇ ਆ। ਅਸੀਂ ਕਈ ਵਾਰ ਇਸ ਗੱਲ ਨੂੰ ਦੁਹਰਾਇਆ, ਅੱਜ ਉਹ ਫਿਰ ਗੱਲ ਦੁਹਰਾਉਣੀ ਬਣਦੀ ਹੈ। ਹੁਣ ਜਦੋਂ ਯੂਕਰੇਨ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਜਾਂ ਕਿਸੇ ਵੀ ਦੇਸ਼ ਦੇ ਲੋਕ ਫਸੇ ਹੋਏ ਆ, ਜਦੋਂ ਯੁੱਧ ਛਿੜ ਪਿਆ, ਜਦੋਂ ਉੱਥੇ ਬੰਬ ਚੱਲ ਰਹੇ ਆ, ਮਿਜ਼ਾਈਲਾਂ ਦਾਗੀਆਂ ਜਾ ਰਹੀਆਂ, ਗੋਲੀਆਂ ਚੱਲ ਰਹੀਆਂ, ਚਾਰੇ ਪਾਸੇ ਧੂਏਂ ਦੀਆਂ ਲਪਟਾਂ ਉੱਠ ਰਹੀਆਂ, ਅੱਗ ਦੀਆਂ ਲਪਟਾਂ ਉੱਠ ਰਹੀਆਂ, ਤਾਂ ਫਿਰ ਗੋਲੀ ਨੇ ਇਹ ਵੀ ਨਹੀਂ ਦੇਖਣਾ ਵੀ ਇਹ ਕਿਹੜੇ ਦੇਸ਼ ਦਾ, ਇਹ ਕਿਹੜੇ ਸੂਬੇ ਦਾ, ਇਹ ਪੰਜਾਬੀ ਹੈ ਜਾਂ ਗੈਰ ਪੰਜਾਬੀ ਹੈ। ਪਰ ਬਾਬੇ ਨਾਨਕ ਦੇ ਸਿਧਾਂਤਾਂ ਦੇ ਉੱਤੇ ਚੱਲਣ ਵਾਲੇ ਲੋਕਾਂ ਨੇ ਪੋਲੈਂਡ ਦੇ ਵਿੱਚ ਦੁਖਿਆਰਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਜਾ ਰਹੀ ਹੈ। ਇੱਕ ਪਾਸੇ ਸਾਡੀ ਸਰਕਾਰ ਹੈ ਜਿਹੜੀ ਇਹ ਗੱਲ ਕਹਿੰਦੀ ਹੈ ਜੀ ਕਿ ਅਸੀਂ ਮਦਦ ਬਹੁਤ ਕਰ ਰਹੇ ਹਾਂ, ਦੂਜੇ ਪਾਸੇ ਸਾਡੀਆਂ ਏਅਰਲਾਈਨਾਂ ਜਿਹੜੀਆਂ ਨੇ ਕਿ 3-3 4-4 ਗੁਣਾ ਮੁੱਲ ਵੱਧ ਵਸੂਲਣਾ ਸ਼ੁਰੂ ਕਰ ਦਿੱਤਾ ਟਿਕਟਾਂ ਦਾ। ਆਪਣੇ ਹੀ ਬੰਦੇ ਲੈ ਕੇ ਆਉਣੇ ਆ, ਆਪਣੀ ਧਰਤੀ ਦੇ ਉੱਤੇ ਲੈ ਕੇ ਆਉਣੇ ਆ, ਆਪਣੇ ਦੇਸ਼ ਦੀ ਏਅਰਲਾਈਨ ਆ, ਆਪਣਿਆਂ ਦੇ ਕੋਲੋਂ ਪੈਸੇ 3-4 ਗੁਣਾ 5 ਗੁਣਾ ਵੱਧ ਚੂਣਨ ਦੀ ਤਿਆਰੀ ਕੀਤੀ ਗਈ ਹੈ। ਤੇ ਇਹ ਪਹਿਲੀ ਵਾਰ ਨਹੀਂ ਹੋਇਆ, ਬਹੁਤ ਵਾਰ ਇਸ ਤੋਂ ਪਹਿਲਾਂ ਵੀ ਹੋਇਆ। ਕਰੋਨਾ ਮਹਾਮਾਰੀ ਦੇ ਵਿੱਚ ਵੀ ਏਅਰਲਾਈਨਾਂ ਨੇ ਇਵੇਂ ਚਮਦੀਆਂ ਚਲਾਈਆਂ, ਉਹਨਾਂ ਨੇ ਲੋਕਾਂ ਦੇ ਚੰਮ ਨੂੰ ਇਸੇ ਤਰੀਕੇ ਨਾਲ ਚੂੰਡਿਆ, ਸਰਕਾਰ ਦੇ ਨੱਕ ਦੇ ਥੱਲੇ ਚੂੰਡਿਆ। ਇਹ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਇਸ ਗੱਲ ਦਾ, ਪਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਆਫਤ ਆਈ ਆ ਤੇ ਆਫਤ ਦੇ ਵਿੱਚ ਭਾਈ ਤੁਸੀਂ ਵੀ ਕਮਾਲ ਕਰ ਲਓ, ਤੁਸੀਂ ਵੀ 4 ਛਿਲੜ ਕਮਾ ਲਓ, ਇੱਦਾਂ ਦਾ ਕੰਮ ਚੱਲਦਾ ਹੀ ਰਹਿੰਦਾ। ਪਰ ਪੋਲੈਂਡ ਦੇ ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਖੋਲ੍ਹ ਦਿੱਤੇ ਗਏ ਆ। ਪੋਲੈਂਡ ਦੇ ਵਿੱਚ ਜਿਹੜੇ ਉੱਥੇ ਲੋਕ ਪਹੁੰਚ ਰਹੇ ਦੁਖਿਆਰੇ, ਉਹਨਾਂ ਨੂੰ ਛੱਤ ਮਿਲ ਰਹੀ ਹੈ, ਉੱਥੇ ਲੰਗਰ ਲੱਗਣੇ ਸ਼ੁਰੂ ਹੋ ਚੁੱਕੇ ਆ। ਸੋ ਉੱਥੋਂ ਦਾ ਮਾਹੌਲ ਦੇਖ ਕੇ ਭਾਵੁਕਤਾ ਦਾ ਸਿਖਰ ਹੁੰਦਾ ਵੀ ਸਾਡੇ ਪੰਜਾਬੀ ਭਾਈਚਾਰੇ ਨੇ, ਸਾਡੇ ਸਿੱਖ ਭਾਈਚਾਰੇ ਨੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਆਫਤ ਆਵੇ, ਕਿਤੇ ਵੀ ਮਨੁੱਖ ਸੰਕਟ ਦੇ ਵਿੱਚ ਆਵੇ, ਕਿਵੇਂ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਨਾ ਆਪਣਾ ਫਰਜ਼ ਸਮਝਿਆ। ਉਹਨਾਂ ਸਾਰੇ ਹੀ ਲੋਕਾਂ ਨੂੰ ਲੱਖ ਵਾਰ ਸਲਾਮ ਆ ਜਿਹੜੇ ਕਿ ਜਾਤ ਪਾਤ ਤੋਂ, ਵਰਗ ਵੰਡ ਤੋਂ, ਦੇਸ਼ਾਂ ਦੇ ਚੱਕਰ ਦੇ ਵਿੱਚ, ਜਾਤਾਂ ਦੇ ਚੱਕਰ ਦੇ ਵਿੱਚ, ਧਰਮਾਂ ਦੇ ਚੱਕਰ ਦੇ ਵਿੱਚ ਉਲਝਣ ਦੀ ਥਾਂ ਦੇ ਉੱਤੇ ਬੰਦਾ ਬੰਦੇ ਦੇ ਕੰਮ ਆਵੇ, ਇਸ ਸਿਧਾਂਤ ਦਾ ਪਾਲਣ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਵੀ ਕਿੰਨੇ ਦੁੱਖਾਂ ਦੇ ਨਾਲ, ਕਿੰਨੇ ਜਜ਼ਬੇ ਦੇ ਨਾਲ, ਕਿੰਨੇ ਸਿਰੜ ਦੇ ਨਾਲ, ਕਿੰਨੇ ਧੱਕੇ ਧੋੜਿਆਂ ਦੇ ਵਿੱਚੋਂ ਲੰਘ ਕੇ ਪੋਲੈਂਡ, ਰੋਮਾਨੀਆ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਿਆ ਜਾ ਰਿਹਾ ਲੋਕਾਂ ਦੇ ਵੱਲੋਂ। ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਆਸਰਾ ਮਿਲਦਾ, ਜਦੋਂ ਛੱਤ ਦਾ, ਜਦੋਂ ਰੋਟੀ ਦਾ, ਜਦੋਂ ਆਪਣੇਪਣ ਦਾ, ਤੇ ਫਿਰ ਉਹਨਾਂ ਦੇ ਮਨ ਨੂੰ ਧਰਵਾਸ ਵੀ ਹੁੰਦਾ ਵੀ ਹੁਣ ਅਸੀਂ ਸੁਰੱਖਿਅਤ ਥਾਂ ਦੇ ਉੱਤੇ ਪਹੁੰਚੇ ਹੋਏ ਹਾਂ, ਹੁਣ ਅਸੀਂ ਭਾਰਤ ਦੇ ਵਿੱਚ ਵੀ ਵਾਪਸ ਪਹੁੰਚ ਜਾਵਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਪਰਤ ਰਹੇ ਲੋਕਾਂ ਦੇ ਲਈ ਪੋਲੈਂਡ ਦੀਆਂ ਧਾਰਮਿਕ ਥਾਵਾਂ ਦੇ ਦੁਆਰ ਖੋਲ੍ਹ ਦਿੱਤੇ ਗਏ ਨੇ। ਇੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਗਰ ਮਿਲ ਰਿਹਾ, ਰਾਤ ਨੂੰ ਠਹਿਰਨ ਵਾਸਤੇ ਮੰਦਰਾਂ ਦੇ ਵਿੱਚ ਇੰਤਜ਼ਾਮ ਕੀਤੇ ਗਏ ਨੇ। ਯੂਕਰੇਨ ਤੋਂ ਜਿਹੜੇ ਵੀ ਲੋਕ ਇੱਥੇ ਸ਼ਰਨ ਵਾਸਤੇ ਆ ਰਹੇ ਨੇ, ਉਹਨਾਂ ਦਾ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਕੀਤਾ ਜਾ ਰਿਹਾ। ਇਹਦੇ ਵਿੱਚ ਵਾਰ ਜ਼ੋਨ ਤੋਂ ਆ ਰਹੇ ਭਾਰਤੀਆਂ ਨੂੰ ਹੀ ਨਹੀਂ, ਸਗੋਂ ਯੂਕਰੇਨ ਦੇ ਨਾਗਰਿਕਾਂ ਨੂੰ ਵੀ ਸਨਮਾਨ ਦੇ ਨਾਲ ਸੁਰੱਖਿਅਤ ਰੱਖਿਆ ਜਾ ਰਿਹਾ। ਪੋਲੈਂਡ ਦੀ ਰਾਜਧਾਨੀ ਵਾਰਸਾ ਪਹੁੰਚੇ ਪੰਜਾਬ ਦੇ ਹੁਸ਼ਿਆਰਪੁਰ ਦੇ ਗੁਰਭੇਜ ਸਿੰਘ ਨੇ ਇਹ ਗੱਲ ਦੱਸੀ ਹੈ ਕਿ ਇੱਥੋਂ ਦੀ ਸਰਕਾਰ ਨੇ ਬੜੀ ਵੱਡੀ ਸੇਵਾ ਨਿਭਾਈ ਹੈ। ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ, ਇੱਥੋਂ ਦੇ ਮੰਦਰਾਂ ਦੀਆਂ ਕਮੇਟੀਆਂ ਦੇ ਵੱਲੋਂ ਬੜੀ ਵੱਡੀ ਸੇਵਾ ਨਿਭਾਈ ਜਾ ਰਹੀ ਹੈ। ਯੂਕਰੇਨ ਤੋਂ ਟਰਾਂਸਪੋਰਟੇਸ਼ਨ ਪੂਰੀ ਤਰ੍ਹਾਂ ਫ੍ਰੀ ਹੈ, ਕੋਈ ਵੀ ਵਿਦਿਆਰਥੀ ਬਿਨਾਂ ਕਿਰਾਏ ਦਿੱਤੇ ਕਿਤੇ ਵੀ ਟਰੈਵਲ ਇੱਥੇ ਕਰ ਸਕਦਾ ਹੈ। ਪੋਲੈਂਡ ਆਉਣ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਸਾਨੂੰ ਰਿਸੀਵ ਕੀਤਾ। ਇੱਥੇ ਲੰਗਰ ਦਾ ਚੰਗਾ ਇੰਤਜ਼ਾਮ ਹੈ। ਜੋ ਵੀ ਯੂਕਰੇਨ ਤੋਂ ਆ ਰਹੇ ਨੇ ਉਹਨਾਂ ਸਾਰਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਤੋਂ ਮੰਦਿਰ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ। ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਹਿੰਦੂ ਮੰਦਿਰ ਦੇ ਪ੍ਰੈਜ਼ੀਡੈਂਟ ਹਰੀਸ਼ ਲਾਲਵਾਨੀ ਤੇ ਉਹਨਾਂ ਦੀ ਪਤਨੀ ਅਮਰਤਾ ਲਾਲਵਾਨੀ ਨੇ ਕਿਹਾ ਕਿ ਯੂਕਰੇਨ ਤੋਂ ਸਾਡੇ ਭੈਣ ਭਰਾ ਤਕਲੀਫ ਝੱਲ ਕੇ ਇੱਥੇ ਪਹੁੰਚ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਹਦੇ ਵਾਸਤੇ ਅਸੀਂ ਪੂਰੇ ਇੰਤਜ਼ਾਮ ਕੀਤੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਰੇ ਛੇਤੀ ਤੋਂ ਛੇਤੀ ਆਪਣੇ ਵਤਨ, ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤ ਸਕਣ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਸੰਕਟ ਜਦੋਂ ਵੀ ਕਿਤੇ ਪੈਦਾ ਹੁੰਦਾ, ਜਿਵੇਂ ਕਿ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਤਾਂ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਕਈ ਲੋਕ ਉਸ ਮੌਕੇ ਦੇ ਵਿੱਚ ਬਿਜ਼ਨਸ ਚਮਕਾਉਣ ਲੱਗ ਪੈਂਦੇ ਆ
ਤੇ ਕਈ ਲੋਕ ਜਿਹੜਾ ਕੁਝ ਆਪਣੇ ਕੋਲ ਹੁੰਦਾ ਉਹ ਵੀ ਦਾਨ ਦੇ ਰੂਪ ਦੇ ਵਿੱਚ ਵੰਡਣ ਲੱਗ ਜਾਂਦੇ ਆ। ਤੁਸੀਂ ਚੇਤੇ ਕਰੋ ਪਿਛਲੇ ਦਿਨੀ ਇੱਕ ਨੌਜਵਾਨ ਸਕਤਾ ਖੇੜਾ ਪਿੰਡ ਦਾ ਜਿਹੜਾ ਕਿ ਯੂਕਰੇਨ ਦੇ ਵਿੱਚ ਖੁਦ ਵੀ ਫਸਿਆ ਹੋਇਆ, ਸਿੱਖ ਭਾਈਚਾਰੇ ਦਾ ਉਹ ਜਿਹੜਾ ਨੌਜਵਾਨ ਆ, ਉਹਨੇ ਟ੍ਰੇਨ ਦੇ ਵਿੱਚ ਲੰਗਰ ਵਰਤਾਉਣਾ ਸ਼ੁਰੂ ਕਰਤਾ। ਉਹਨੇ ਆਪਣੇ ਹੋਸਟਲ ਦੀ ਫੀਸ, ਆਪਣੇ ਕਾਲਜ ਦੀ ਜਿਹੜੀ ਫੀਸ ਹੈ, ਉਹ ਜਿੰਨੀ ਵੀ ਫੀਸ ਆ ਉਹਦਾ ਸਾਰੀ ਦਾ ਲੰਗਰ ਦਾ ਪ੍ਰਬੰਧ ਕੀਤਾ। ਆਪਣੇ ਦੋਸਤਾਂ ਦੀ ਮਦਦ ਦੇ ਨਾਲ ਦੁਖਿਆਰਾਂ ਨੂੰ ਉੱਥੇ ਲੰਗਰ ਦੇਣਾ ਸ਼ੁਰੂ ਕਰਤਾ। ਮਤਲਬ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਜੋ ਸਾਨੂੰ ਲੰਗਰ ਦੀ ਸਿੱਖਿਆ ਦਿੱਤੀ ਗਈ ਹੈ, ਲੰਗਰ ਦੀ ਪ੍ਰਥਾ ਚਲਾਈ ਗਈ ਹੈ, ਉਹਦੇ ਉੱਤੇ ਦੁਨੀਆ ਦੇ ਵਿੱਚ ਕਿਤੇ ਵੀ ਵਸਦੇ ਲੋਕ ਆ ਜਿਹੜੇ ਹੋਣ, ਉਹ ਇੱਦਾਂ ਪਹਿਰਾ ਦਿੰਦੇ ਆ, ਦੁਖਿਆਰਾਂ ਦੀ ਮਦਦ ਵਾਸਤੇ ਇੱਦਾਂ ਅੱਗੇ ਆਉਂਦੇ ਆ। ਜਿੰਨੀ ਕੁ ਉਹਨਾਂ ਦੇ ਕੋਲੇ ਪੁੱਜਤ ਹੁੰਦੀ ਆ ਉਹ ਵੱਧ ਤੋਂ ਵੱਧ ਮਦਦ ਕਰਦੇ ਆ। ਹੁਣ ਤਾਂ ਖਾਲਸਾ ਏਡ ਨੇ ਵੀ ਮਦਦ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਆ। ਹੋਰ ਬਹੁਤ ਸਾਰੀਆਂ ਸੰਸਥਾਵਾਂ ਉੱਥੇ ਪਹੁੰਚ ਰਹੀਆਂ। ਕੋਈ ਰੋਟੀ ਪਾਣੀ ਦਾ ਪ੍ਰਬੰਧ ਕਰ ਰਿਹਾ, ਕੋਈ ਰਹਿਣ ਬਸੇਰੇ ਦਾ ਪ੍ਰਬੰਧ ਕਰ ਰਿਹਾ, ਕੋਈ ਟਿਕਟ ਦਾ ਪ੍ਰਬੰਧ ਕਰਕੇ ਦੇ ਰਿਹਾ, ਕੋਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰਕੇ ਦੇ ਰਿਹਾ। ਸੋ ਜਿੰਨੇ ਵੀ ਲੋਕ ਇਹ ਸਾਰੇ ਯਤਨ ਕਰ ਰਹੇ, ਸਾਰਿਆਂ ਨੂੰ ਸਲਾਮ ਕਰਦੇ ਆ। ਸਾਰਿਆਂ ਦੇ ਮੂਹਰੇ ਸਿਰ ਝੁਕਦਾ ਵੀ ਉਹ ਇਸ ਵੇਲੇ ਇੱਦਾਂ ਔਖੇ ਵੇਲੇ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਅੱਗੇ ਆਏ ਆ। ਪਰ ਉਹਨਾਂ ਲੋਕਾਂ ਨੂੰ ਲਾਹਨਤ ਵੀ ਪਾਉਣੀ ਬਣਦੀ ਹੈ ਜਿਹੜੇ ਇਸ ਮੌਕੇ ਦੇ ਉੱਤੇ ਕਮਾਈ ਬਾਰੇ ਸੋਚਦੇ ਆ। ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਜੋ ਤੁਹਾਡੀ ਲਾਗਤ ਹੈ ਉਹ ਵੀ ਨਾ ਲਓ। ਜਿਹੜੀ ਲਾਗਤ ਬਣਦੀ ਆ, ਜੋ ਸਧਾਰਨ ਤੌਰ ਦੇ ਉੱਤੇ ਕਿਰਾਇਆ ਭਾੜਾ ਵਸੂਲ ਕਰਦੇ ਆ, ਜਿਹੜੀ ਚੀਜ਼ ਜਿਹੜੇ ਭਾਅ ਦੇ ਵਿੱਚ ਪਹਿਲਾਂ ਮਿਲਦੀ ਰਹੀ ਆ ਉਹ ਮੁੱਲ ਵਸੂਲਣਾ ਚਾਹੀਦਾ। ਪਰ ਜਦੋਂ ਬੰਦੇ ਦੀ ਜੇਬ ਦੇ ਵਿੱਚ ਪੈਸੇ ਨਾ ਹੋਣ, ਬੰਦਾ ਆਪਦੇ ਟੱਬਰ ਤੋਂ ਦੂਰ ਬੈਠਿਆ ਹੋਵੇ, ਜ਼ਿੰਦਗੀ ਖਤਰੇ ਦੇ ਵਿੱਚ ਪਈ ਹੋਵੇ, ਬੰਦੇ ਨੂੰ ਇਹ ਨਾ ਪਤਾ ਹੋਵੇ ਵੀ ਮੇਰਾ ਆਉਂਦੇ ਪਲ ਦੇ ਵਿੱਚ ਕੀ ਹੋ ਜਾਣਾ, ਤੇ ਇਹ ਗੱਲ ਕਹੀ ਜਾਵੇ ਜੀ ਕਿ ਹੁਣ 50 ਵਾਲੀ ਚੀਜ਼ 500 ਦੇ ਵਿੱਚ ਮਿਲੂਗੀ, ਤਾਂ ਉਹਦੇ ਮਨ ਦੇ ਉੱਤੇ ਕੀ ਬੀਤਦੀ ਆ। ਆਪਣਿਆਂ ਨੂੰ ਜਦੋਂ ਲੁੱਟਦੇ ਤੇ ਕੁੱਟਦੇ ਆ ਉਦੋਂ ਦੁੱਖ ਹੁੰਦਾ, ਇਨਸਾਨੀਅਤ ਆ ਉਦੋਂ ਸ਼ਰਮਿੰਦੀ ਹੁੰਦੀ ਹੈ। ਸੋ ਜਿਹੜੇ ਲੋਕ ਭਾਵੇਂ ਉਹ ਹਿੰਦੂ ਭਾਈਚਾਰੇ ਦੇ ਨੇ, ਭਾਵੇਂ ਸਿੱਖ ਭਾਈਚਾਰੇ ਦੇ ਨੇ, ਭਾਵੇਂ ਮੁਸਲਿਮ ਭਾਈਚਾਰੇ ਦੇ ਨੇ, ਭਾਵੇਂ ਕੋਈ ਵੀ ਆ, ਭਾਈਚਾਰਿਆਂ ਦੀਆਂ ਗੱਲਾਂ ਤੋਂ ਉੱਤੇ ਉੱਠ ਕੇ ਆਪਸੀ ਮਨੁੱਖਤਾ ਵਾਲੇ ਭਾਈਚਾਰੇ ਦੇ ਵਿੱਚ ਬੱਝ ਕੇ ਮਦਦ ਕਰਦੇ ਆ। ਸਲਾਮ ਆ ਉਹਨਾਂ ਲੋਕਾਂ ਨੂੰ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ BBMB ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਬੋਰਡ ਦੇ ਵਿੱਚ ਪੰਜਾਬ ਦਾ ਮੈਂਬਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਜਾਂ ਇਹਦੀ ਕੋਈ ਜ਼ਰੂਰਤ ਹੀ ਨਹੀਂ, ਇਹ ਗੱਲ ਕਹਿ ਦਿੱਤੀ ਗਈ ਹੈ। ਹੁਣ ਤੱਕ ਬੋਰਡ ਦੇ ਵਿੱਚ ਮੈਂਬਰ ਪੰਜਾਬ ਦਾ ਵੀ ਰਿਹਾ ਜਾਂ ਹੈ ਜਾਂ ਭਵਿੱਖ ਦੇ ਵਿੱਚ ਹੁਣ ਨਹੀਂ ਰੱਖਿਆ ਜਾਊਗਾ। ਇਹਦੇ ਬਾਬਤ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਇਹ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਨ ਦੀ ਗੱਲ ਹੈ, ਕੀ ਇਹ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਗੱਲ ਹੈ। ਇਸ ਮਾਮਲੇ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ। BJP ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ, ਬਿਨਾਂ ਵਜ੍ਹਾ ਇਸ ਗੱਲ ਦਾ ਪੜੁੱਲ ਬਣਾ ਲਿਆ ਗਿਆ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਮ ਆਦਮੀ ਪਾਰਟੀ ਨੇ ਮੰਗ ਪੱਤਰ ਸੌਂਪੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਵੀ ਕੇਜਰੀਵਾਲ ਹੋਰੀ ਲੋਕਾਂ ਨੂੰ ਗੁੰਮਰਾਹ ਨਾ ਕਰਨ, ਇਹੋ ਜਿਹੀ ਡਰਾਮੇਬਾਜ਼ੀ ਨਾ ਕਰਨ। ਜੇਕਰ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦਾ ਇੰਨਾ ਫਿਕਰ ਹੈ ਤਾਂ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਆਪਣਾ ਕੰਮ ਕਰਨ ਤੇ ਭੁਗਤਾਨ ਕਰਿਆ ਕਰਨ, ਜਿਹੜਾ ਪੰਜਾਬ ਦੇ ਵਿੱਚੋਂ ਪਾਣੀ ਵਰਤਿਆ ਜਾ ਰਿਹਾ, ਲਿਆ ਜਾ ਰਿਹਾ। ਸੋ ਇਸ ਕਿਸਮ ਦੀ ਰਾਜਨੀਤੀ ਚੱਲ ਪਈ ਹੈ। ਸਿੱਟਾ ਕੀ ਨਿਕਲੂ ਕੁਝ ਪਤਾ ਨਹੀਂ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਅਧਿਕਾਰ ਨੂੰ ਲੈ ਕੇ ਰਾਜਨੀਤਿਕ ਜੰਗ ਛਿੜ ਗਈ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਭਰ ਦੇ ਵਿੱਚ ਮੰਗ ਪੱਤਰ ਸੌਂਪਦੀ ਨਜ਼ਰ ਆਈ। ਉਹਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕ ਖੋਹ ਰਹੀ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਹੀ ਢੰਗ ਨਾਲ ਪੈਰਵੀ ਦੀ ਥਾਂ ਦੇ ਉੱਤੇ ਪੰਜਾਬੀਆਂ ਨਾਲ ਫਰਾਡ ਕਰ ਰਹੀ ਹੈ। ਭਾਜਪਾ ਨੇ ਇਸ ਮੁੱਦੇ ਨੂੰ ਬੇਵਜ੍ਹਾ ਤੂਲ ਦੇਣ ਦੀ ਕਾਰਵਾਈ ਆਖਿਆ। ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਖੰਡ ਕਰ ਰਹੀ ਹੈ। ਜੇ ਉਹ ਗੰਭੀਰ ਹੈ ਤਾਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਕਹੇ ਕਿ ਪੰਜਾਬ ਦੀਆਂ ਨਦੀਆਂ ਦਾ ਪਾਣੀ ਦਿੱਲੀ ਵਿੱਚ ਲੈਣਾ ਬੰਦ ਕਰੇ, ਰਿਪੇਰੀਅਨ ਸਿਧਾਂਤ ਦੇ ਤਹਿਤ ਹਰਿਆਣਾ ਤੇ ਰਾਜਸਥਾਨ ਦੇ ਖਿਲਾਫ ਪੰਜਾਬ ਦਾ ਸਮਰਥਨ ਕਰੇ। ਜੇ ਇਹ ਨਹੀਂ ਕਰ ਸਕਦੇ ਤਾਂ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਦਾ ਫਰਾਡ ਵੀ ਨਾ ਕਰੋ। ਕਾਂਗਰਸੀ ਨੇਤਾ ਰਾਣਾ KP ਨੇ ਕਿਹਾ ਕਿ ਭਾਖੜਾ ਬਿਆਸ ਦਾ ਪ੍ਰੋਜੈਕਟ 1948 ਦੇ ਵਿੱਚ ਸ਼ੁਰੂ ਹੋਇਆ, 1963 ਦੇ ਵਿੱਚ ਪੂਰਾ ਹੋਇਆ। ਬੁਨਿਆਦੀ ਤੌਰ ਦੇ ਉੱਤੇ ਇਹ ਪ੍ਰੋਜੈਕਟ ਪੰਜਾਬ ਤੇ ਰਾਜਸਥਾਨ ਦਾ ਸੀ। 1966 ਦੇ ਵਿੱਚ ਪੰਜਾਬ ਰੀਆਰਗੇਨਾਈਜ਼ ਹੋਇਆ ਤੇ ਇਹਦੇ ਵਿੱਚ ਹਰਿਆਣਾ, ਹਿਮਾਚਲ ਤੇ ਰਾਜਸਥਾਨ ਇਹਦੇ ਹਿੱਸੇਦਾਰ ਬਣ ਗਏ। 1976 ਦੇ ਵਿੱਚ ਜਦੋਂ ਬਿਆਸ ਦਾ ਪਾਣੀ ਸਤਲੁਜ ਦੇ ਵਿੱਚ ਪਾਇਆ ਗਿਆ ਤਾਂ ਇਹਦਾ ਨਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੱਖਿਆ ਗਿਆ। ਪੰਜਾਬ ਦਾ ਮੈਂਬਰ ਬੋਰਡ ਦੇ ਵਿੱਚ ਸੂਬੇ ਦੇ ਹੱਕਾਂ ਦੀ ਰਾਖੀ ਕਰਦਾ ਹੈ। ਕੇਂਦਰ ਸਰਕਾਰ ਨੇ 23 ਫਰਵਰੀ ਨੂੰ ਕਾਨੂੰਨ ਦੇ ਵਿੱਚ ਤਬਦੀਲੀ ਕਰ ਦਿੱਤੀ ਕਿ ਮੈਂਬਰ ਕਿਸੇ ਵੀ ਰਾਜ ਦੇ ਹੋ ਸਕਦੇ ਨੇ। ਗਵਰਨਰ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਕੋਲ ਅਸੀਂ ਇਸ ਮਾਮਲੇ ਨੂੰ ਚੁੱਕਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ BBMB ਦਾ ਇਹ ਮਾਮਲਾ ਜਿਹੜਾ ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ। ਇਹਦੇ ਉੱਤੇ ਕੇਂਦਰ ਦੀ ਸਰਕਾਰ ਆਉਂਦੇ ਸਮੇਂ ਦੇ ਵਿੱਚ ਕੀ ਐਕਸ਼ਨ ਲਊ ਇਹ ਸਮਾਂ ਦੱਸੂ। ਪੰਜਾਬ ਦੇ BJP ਆਗੂ ਇਹ ਗੱਲ ਕਹਿੰਦੇ ਆ ਕਿ ਜਾਣਬੁੱਝ ਕੇ ਇਸ ਮਸਲੇ ਦਾ ਪੜੁੱਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਪੰਜਾਬ ਦੇ ਹੱਕਾਂ ਦੇ ਪ੍ਰਤੀ, ਪੰਜਾਬ ਦੇ ਅਧਿਕਾਰਾਂ ਦੇ ਪ੍ਰਤੀ ਵਚਨਬੱਧ ਹੈ। ਪੰਜਾਬ ਨੂੰ ਉਹਦੇ ਹੱਕ ਦੇਣ ਦੇ ਵਾਸਤੇ ਹਮੇਸ਼ਾ ਖੜੇ ਆ ਤੇ ਪੰਜਾਬ ਨੂੰ ਉਹਦੇ ਹੱਕ ਮਿਲਦੇ ਰਹੇ ਆ। ਪਰ ਇਸ ਮਾਮਲੇ ਦੇ ਉੱਤੇ ਰਾਜਨੀਤੀ ਜਿਸ ਕਦਰ ਛਿੜੀ ਹੈ, ਇਹ ਇੱਕ ਮੌਕੇ ਦੀ ਭਾਲ ਵੀ ਸੀ
ਤੇ ਬੀਬੀਐਮਬੀ ਦਾ ਮਾਮਲਾ ਜਿਹੜਾ ਉਹ ਆਉਂਦੇ ਸਮੇਂ 'ਚ ਕਿਵੇਂ ਹੱਲ ਹੋਊਗਾ ਇਹ ਸਮਾਂ ਦੱਸੂਗਾ। ਕੀ ਪੰਜਾਬ ਦਾ ਮੈਂਬਰ ਬੋਰਡ ਦੇ ਵਿੱਚ ਸ਼ਾਮਲ ਰਿਹਾ ਕਰੂਗਾ। ਇਸ ਮਾਮਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ। ਕੱਲ੍ਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਜੀ ਕਿ ਅਸੀਂ ਆਪਣੇ ਅਧਿਕਾਰ ਇਵੇਂ ਖੁੱਸਣ ਨਹੀਂ ਦੇਵਾਂਗੇ। ਹੌਲੀ ਹੌਲੀ ਪੰਜਾਬ ਦੇ ਸਾਰੇ ਅਧਿਕਾਰ, ਪੰਜਾਬ ਦੇ ਸਾਰੀਆਂ ਜਿਹੜੀਆਂ ਤਾਕਤਾਂ ਉਹ ਕੇਂਦਰ ਦੀ ਸਰਕਾਰ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਪਹਿਲਾਂ ਵੀ ਕੀਤੀਆਂ ਗਈਆਂ ਤੇ ਹੁਣ ਵੀ ਕੀਤੀਆਂ ਗਈਆਂ ਤੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਲੜਾਈ ਲੜਾਂਗੇ। ਸੋ ਲੜਾਈ ਲੜ ਕੇ ਅਸੀਂ ਕਿੰਨੀ ਕੁ ਜਿੱਤ ਹਾਸਲ ਕਰਾਂਗੇ ਸਮਾਂ ਦੱਸੂਗਾ। ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਮੁੱਦਾ ਹੁਣ ਕਾਫੀ ਉੱਠਿਆ ਹੋਇਆ ਤੇ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਛੜ ਵੀ ਲਗਾਤਾਰ ਜਾਰੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ।